ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ, ਜਿਸ ਵਿੱਚ ਅਸੀਂ ਸੀਟੈਟ, ਪੀਟੈਟ ਔਰ ਮਾਸਟਰ ਕੇਡਰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਵਾਉਂਦੇ ਹਾਂ। ਤੇ ਅੱਜ ਅਸੀਂ ਫਿਰ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਏ ਹਾਂ, ਜਿਸ ਵਿੱਚ ਅਸੀਂ ਇਲੈਕਸ਼ਨ ਕਮਿਸ਼ਨ ਬਾਰੇ ਪੜ੍ਹਾਂਗੇ ਜੀ। ਤਾਂ ਸ਼ੁਰੂ ਕਰਦੇ ਹਾਂ ਜੀ। ਤਾਂ ਇਲੈਕਸ਼ਨ ਕਮਿਸ਼ਨ ਇੱਕ ਸਥਾਈ ਯਾਨੀ ਕਿ ਇੱਕ ਪਰਮਾਨੈਂਟ ਅਤੇ ਸੁਤੰਤਰ ਸੰਸਥਾ ਹੈਗੀ ਹੈ ਜੀ, ਔਰ ਜਿਸ ਨੂੰ ਕਿ ਭਾਰਤ ਦੇ ਸੰਵਿਧਾਨ ਦੁਆਰਾ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਸਥਾਪਿਤ ਕੀਤਾ ਗਿਆ ਜੀ। ਔਰ ਇਸ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਹੁੰਦੀ ਹੈਗੀ ਆ, ਔਰ ਇਸ ਨੂੰ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਇੱਕ ਸੰਸਥਾ ਦੇ ਰੂਪ ਵਿੱਚ ਜਿਹੜਾ ਬਣਾਇਆ ਗਿਆ ਜੀ। ਔਰ ਜਿੰਨੇ ਵੀ ਭਾਰਤ ਦੇ ਉੱਚ ਅਹੁਦੇ ਨੇ ਤਾਂ ਉਹਨਾਂ ਸਾਰਿਆਂ ਦੀ ਜਿਹੜੀ ਚੋਣ ਕਰਾਉਣ ਦਾ ਜਿਹੜਾ ਜ਼ਿੰਮੇਵਾਰੀ ਹੈ ਜੀ, ਉਹ ਇਲੈਕਸ਼ਨ ਕਮਿਸ਼ਨ ਦੀ ਹੈਗੀ ਆ। ਔਰ ਇਸ ਨੂੰ ਸੰਵਿਧਾਨ ਦੇ ਅਨੁਛੇਦ 324 ਦੇ ਅਧੀਨ ਜਿਹੜਾ ਭਾਰਤੀ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਜੀ, ਔਰ ਜਿਸ ਵਿੱਚ ਕਿਹਾ ਗਿਆ ਕਿ ਭਾਰਤੀ ਚੋਣ ਕਮਿਸ਼ਨ ਵਿੱਚ ਇੱਕ ਇਲੈਕਸ਼ਨ ਕਮਿਸ਼ਨ ਔਰ ਉਸ ਦੀ ਜਿਹੜੀ ਸਹਾਇਤਾ ਲਈ ਮੁੱਖ ਹੋਰ ਕਮਿਸ਼ਨ ਜਿਹੜੇ ਸਥਾਪਿਤ ਕਰ ਸਕਦਾ ਹੈਗਾ ਜੀ ਰਾਸ਼ਟਰਪਤੀ। ਤਾਂ ਅਸੀਂ ਦੇਖਦੇ ਹਾਂ ਜੀ ਅੱਗੇ। ਤਾਂ ਸੰਸਦ, ਵਿਧਾਨ ਮੰਡਲ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਦੀਆਂ ਚੋਣਾਂ, ਨਿਗਰਾਨੀ, ਦਿਸ਼ਾ ਨਿਰਦੇਸ਼ ਅਤੇ ਕੰਟਰੋਲ ਕਰਨ ਦਾ ਜਿਹੜਾ ਅਧਿਕਾਰ ਦੀ ਸ਼ਕਤੀ ਜਿਹੜੀ ਉਹ ਚੋਣ ਕਮਿਸ਼ਨ ਕੋਲ ਹੈਗੀ ਹੈ ਜੀ। ਔਰ ਇਹ ਜਿੰਨੇ ਵੀ ਅਹੁਦੇ ਨੇ ਤਾਂ ਸਾਰਿਆਂ ਦੇ ਉੱਪਰ ਜਿਹੜਾ ਚੋਣਾਂ, ਇਹਨਾਂ ਦੀਆਂ ਚੋਣਾਂ ਕਰਾਉਣ ਦਾ ਕੰਮ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਹੈਗਾ ਜੀ। ਅਤੇ ਚੋਣ ਕਮਿਸ਼ਨ ਇੱਕ ਆਲ ਇੰਡੀਆ ਬਾਡੀ ਹੈਗੀ ਹੈ ਜੀ, ਔਰ ਜਿਸ ਦਾ ਅਰਥ ਹੈ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਲਈ ਇੱਕੋ ਹੀ ਚੋਣ ਕਮਿਸ਼ਨ ਹੈਗਾ ਜੀ। ਔਰ ਜਿੰਨੇ ਵੀ ਲੋਕ ਸਭਾ, ਰਾਜ ਸਭਾ, ਵਿਧਾਨ ਮੰਡਲ ਤਾਂ ਸਭ ਦੀਆਂ ਚੋਣਾਂ ਜਿਹੜਾ ਇਸ ਇਲੈਕਸ਼ਨ ਕਮਿਸ਼ਨ ਦੁਆਰਾ ਹੀ ਹੁੰਦੀਆਂ ਜੀ, ਤਾਂ ਕਰਕੇ ਇਸ ਨੂੰ ਕੇਂਦਰੀ ਸੰਸਥਾ ਕਹਿ ਦਿੱਤਾ ਜਾਂਦਾ ਜੀ। ਔਰ ਚੋਣ ਕਮਿਸ਼ਨ ਕੋਲ ਪੰਚਾਇਤਾਂ, ਨਗਰ ਪਾਲਿਕਾਵਾਂ ਦੀਆਂ ਚੋਣਾਂ ਕਰਾਉਣ ਨਾਲ ਕੋਈ ਵੀ ਜਿਹੜਾ ਸੰਬੰਧ ਨਹੀਂ ਜੀ। ਇਹਨਾਂ ਇਲੈਕਸ਼ਨ ਲਈ ਭਾਰਤੀ ਸੰਵਿਧਾਨ ਦੁਆਰਾ ਅਲੱਗ ਤੋਂ ਰਾਜ ਚੋਣ ਕਮਿਸ਼ਨ ਜਿਹੜਾ ਪ੍ਰਦਾਨ ਕੀਤਾ ਗਿਆ ਜੀ। ਔਰ ਇਸ ਦਾ ਭਾਵ ਕਿ ਚੋਣ ਕਮਿਸ਼ਨ ਪੰਚਾਇਤ ਪੱਧਰ 'ਤੇ ਜਿਹੜਾ ਚੋਣਾਂ ਨਹੀਂ ਕਰਾਉਂਦਾ ਜੀ। ਇਹ ਕੇਵਲ MLA ਹੋ ਗਏ, ਜਿਵੇਂ ਜੀ ਲੋਕ ਸਭਾ ਦੇ ਮੈਂਬਰ ਹੋ ਗਏ, ਵਿਧਾਨ ਸਭਾ ਦੇ ਮੈਂਬਰ ਹੋ ਗਏ, ਅਤੇ ਰਾਸ਼ਟਰਪਤੀ ਦੀ ਚੋਣ ਹੋ ਗਈ ਜੀ। ਤਾਂ ਇਹਨਾਂ ਸਾਰਿਆਂ ਦੀ ਜਿਹੜੀ ਚੋਣ ਕਰਵਾਉਂਦਾ ਜੀ। ਪਰ ਪੰਚਾਇਤ ਪੱਧਰ 'ਤੇ ਜਿਹੜਾ ਅਲੱਗ ਇੱਕ ਰਾਜ ਚੋਣ ਕਮਿਸ਼ਨ ਸਥਾਪਿਤ ਕੀਤਾ ਜਾਂਦਾ ਜੀ ਪਿੰਡ ਪੱਧਰ 'ਤੇ, ਤਾਂ ਜੋ ਕਿ ਪਿੰਡਾਂ ਵਿੱਚ ਪੰਚਾਇਤਾਂ ਦੀਆਂ ਔਰ ਨਗਰ ਪਾਲਿਕਾਵਾਂ ਦੀਆਂ ਚੋਣ। ਹੁਣ ਅਸੀਂ ਗੱਲ ਕਰਦੇ ਹਾਂ ਰਚਨਾ ਦੀ। ਤਾਂ ਚੋਣ ਕਮਿਸ਼ਨ ਵਿੱਚ ਇੱਕ ਮੁੱਖ ਚੋਣ ਕਮਿਸ਼ਨਰ ਔਰ ਉਸ ਦੀ ਸਹਾਇਤਾ ਲਈ ਹੋਰ ਚੋਣ ਕਮਿਸ਼ਨਰ ਹੋ ਔਰ ਜਿਨ੍ਹਾਂ ਦੀ ਗਿਣਤੀ ਜਿਹੜੀ ਨਿਸ਼ਚਿਤ ਨਹੀਂ ਹੈਗੀ ਜੀ। ਔਰ ਇਹਨਾਂ ਦੀ ਗਿਣਤੀ ਰਾਸ਼ਟਰਪਤੀ ਦੁਆਰਾ ਸਮੇਂ-ਸਮੇਂ 'ਤੇ ਜਿਹੜੀ ਘਟਾਈ ਜਾਂ ਵਧਾਈ ਜਾ ਸਕਦੀ ਹੈਗੀ ਆ। ਔਰ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਜੀ। ਔਰ ਜਦੋਂ ਦੂਜੇ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਂਦੇ ਨੇ ਤਾਂ ਜਿਹੜਾ ਮੁੱਖ ਚੋਣ ਕਮਿਸ਼ਨਰ ਹੁੰਦਾ ਜੀ, ਉਸ ਨੂੰ ਚੇਅਰਮੈਨ ਵਜੋਂ ਜਿਹੜਾ ਅਹੁਦੇ 'ਤੇ ਕੰਮ ਕਰਦਾ ਜੀ ਉਸ ਸਮੇਂ। ਔਰ ਰਾਸ਼ਟਰਪਤੀ ਦੀ ਚੋਣ ਜਿਹੜੀ ਚੋਣ ਕਮਿਸ਼ਨ ਦੀ ਸਲਾਹ ਨਾਲ ਔਰ ਚੋਣ ਕਮਿਸ਼ਨ ਦੀ ਸਹਾਇਤਾ ਲਈ ਖੇਤਰੀ ਕਮਿਸ਼ਨਰਾਂ ਦੀ ਜਿਹੜੀ ਨਿਯੁਕਤੀ ਵੀ ਕੀਤੀ ਜਾਂਦੀ ਹੈਗੀ ਹੈ ਜੀ, ਉਹਨਾਂ ਚੋਣ ਕਮਿਸ਼ਨਰ ਦੀ ਸਹਾਇਤਾ ਲਈ। ਔਰ ਚੋਣ ਕਮਿਸ਼ਨਰ ਖੇਤਰੀ ਕਮਿਸ਼ਨਰਾਂ ਦੀਆਂ ਸੇਵਾਵਾਂ ਦੀਆਂ ਸ਼ਰਤਾਂ ਅਤੇ ਕਾਰਜਕਾਲ, ਤਾਂ ਇਹਨਾਂ ਸਾਰਿਆਂ ਸੇਵਾ ਸ਼ਰਤਾਂ ਔਰ ਕਾਰਜਕਾਲ ਬਾਰੇ ਜੋ ਵੀ ਕੋਈ ਫੈਸਲਾ ਲੈਣਾ ਜੀ, ਉਹ ਰਾਸ਼ਟਰਪਤੀ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਜੀ। ਚਾਹੇ ਉਹ ਉਸ ਦੀ ਤਨਖਾਹ ਹੋਵੇ ਜੀ ਇਲੈਕਸ਼ਨ ਕਮਿਸ਼ਨਰਾਂ ਦੀਆਂ, ਚਾਹੇ ਉਹਨਾਂ ਦਾ ਕਾਰਜਕਾਲ ਹੋਵੇ ਜੀ। ਤਾਂ ਇਹਨਾਂ ਸਾਰੀਆਂ ਜਿੰਨੇ ਵੀ ਕੰਮ ਨੇ ਉਹ ਰਾਸ਼ਟਰਪਤੀ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਨੇ ਜੀ। ਔਰ ਹੁਣ ਅਸੀਂ ਗੱਲ ਕਰਦੇ ਹਾਂ, ਭਾਵੇਂ ਸੰਵਿਧਾਨ ਨੇ ਚੋਣ ਕਮਿਸ਼ਨ ਨੂੰ ਸੁਤੰਤਰਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਇਆ ਹੈਗਾ ਜੀ, ਪਰ ਫਿਰ ਵੀ ਇਸ ਵਿੱਚ ਬਹੁਤ ਕੁਝ ਜਿਹੜੀਆਂ ਕਮੀਆਂ ਮਿਲਦੀਆਂ ਨੇ, ਠੀਕ ਹੈ ਜੀ। ਜਿਵੇਂ ਕਿ ਸੰਵਿਧਾਨ ਵਿੱਚ ਜਿਹੜਾ ਚੋਣ ਕਮਿਸ਼ਨ ਦੇ ਮੈਂਬਰਾਂ ਦੀਆਂ ਕੋਈ ਵੀ ਯੋਗਤਾਵਾਂ ਜਿਹੜੀਆਂ ਨਹੀਂ ਦੱਸੀਆਂ ਗਈਆਂ, ਔਰ ਸੰਵਿਧਾਨ ਦੁਆਰਾ ਚੋਣ ਕਮਿਸ਼ਨ ਦੇ ਮੈਂਬਰਾਂ ਦਾ ਕਾਰਜਕਾਲ ਵੀ ਜਿਹੜਾ ਨਹੀਂ ਦੱਸਿਆ ਗਿਆ ਜੀ। ਔਰ ਸੰਵਿਧਾਨ ਦੁਆਰਾ ਰਿਟਾਇਰਡ ਚੋਣ ਕਮਿਸ਼ਨਰਾਂ ਦੁਆਰਾ ਅੱਗੇ ਕਿਸੇ ਹੋਰ ਸਰਕਾਰੀ ਅਹੁਦੇ 'ਤੇ ਨਿਯੁਕਤ 'ਤੇ ਕੋਈ ਵੀ ਪਾਬੰਦੀ ਨਹੀਂ ਲਗਾਈ ਗਈ ਜੀ। ਔਰ ਜਿਵੇਂ ਕਿ ਆਪਣਾ ਸਰਵਉੱਚ ਅਦਾਲਤ ਦਾ ਕੋਈ ਜੱਜ ਹੁੰਦਾ ਜੀ, ਜਾਂ ਹੋਰ ਕੋਈ ਵੀ ਜੱਜ ਹੁੰਦਾ, ਤਾਂ ਉਸ ਨੂੰ ਆਪਣੇ ਰਿਟਾਇਰ ਹੋਣ ਤੋਂ ਬਾਅਦ ਕਿਸੇ ਵੀ ਉੱਚ ਅਹੁਦੇ 'ਤੇ ਕੰਮ ਨਹੀਂ ਕਰ ਸਕਦਾ ਜੀ। ਪਰ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਚੋਣ ਕਮਿਸ਼ਨ ਉੱਪਰ ਕੋਈ ਪਾਬੰਦੀ ਨਹੀਂ ਹੈਗੀ ਹੈ ਜੀ। ਔਰ ਇਸ ਤੋਂ ਇਲਾਵਾ ਮੁੱਖ ਚੋਣ ਕਮਿਸ਼ਨਰ
ਅਤੇ 2 ਹੋਰ ਚੋਣ ਕਮਿਸ਼ਨਰਾਂ ਦੀਆਂ ਸ਼ਕਤੀਆਂ ਬਰਾਬਰ ਹਨ ਔਰ ਉਹਨਾਂ ਨੂੰ ਬਰਾਬਰ ਤਨਖਾਹ ਭੱਤੇ ਅਤੇ ਹੋਰ ਜਿੰਨੇ ਵੀ ਲਾਭ ਮਿਲਦੇ ਨੇ ਉਹ ਸਭ ਬਰਾਬਰ ਮਿਲਦੇ ਨੇ, ਜਿਹੜੇ ਕਿ ਸਰਵਉੱਚ ਅਦਾਲਤ ਦੇ ਜੱਜਾਂ ਨੂੰ ਮਿਲਣ ਵਾਲੀ ਤਨਖਾਹ ਅਤੇ ਭੱਤਿਆਂ ਦੇ ਜਿਹੜੇ ਲਾਭਾਂ ਦੇ ਸਮਾਨ ਹੈਗਾ ਜੀ। ਔਰ ਇਸ ਤੋਂ ਇਲਾਵਾ ਜੇਕਰ ਮੁੱਖ ਚੋਣ ਕਮਿਸ਼ਨਰ ਦੂਜੇ ਚੋਣ ਕਮਿਸ਼ਨਰਾਂ ਦੇ ਵਿਚਾਰ ਵਿੱਚ ਮਤਭੇਦ ਆ ਜਾਂਦਾ ਹੈਗਾ ਤਾਂ ਇਸ ਦਾ ਮਾਮਲਾ ਕਮਿਸ਼ਨ ਵਿੱਚ ਜਿਹੜਾ ਬਹੁਮਤ ਦੁਆਰਾ ਹੱਲ ਕੀਤਾ ਜਾਂਦਾ ਜੀ। ਜਿਸ ਪਾਸੇ ਜ਼ਿਆਦਾ ਜਿਹੜੇ ਵੋਟਾਂ ਹੋਣਗੀਆਂ ਜੀ ਉਸ ਪੱਖ ਵਿੱਚ ਫੈਸਲਾ ਜਿਹੜਾ ਹੋਵੇਗਾ ਜੀ। ਔਰ ਇਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ 6 ਸਾਲ ਤੱਕ ਜਾਂ 65 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਉੱਪਰ ਰਹਿ ਸਕਦਾ ਜੀ ਔਰ 65 ਸਾਲ ਤੋਂ ਬਾਅਦ ਉਸ ਨੂੰ ਰਿਟਾਇਰਮੈਂਟ ਲੈਣੀ ਪਵੇਗੀ ਔਰ ਇਸ ਤੋਂ ਇਲਾਵਾ ਉਹ ਕਿਸੇ ਵੀ ਸਮੇਂ ਅਸਤੀਫਾ ਦੇ ਸਕਦਾ ਜੀ ਔਰ ਸਮੇਂ ਤੋਂ ਪਹਿਲਾਂ ਵੀ ਉਸ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਜੀ, ਜੋ ਕਿ ਜਿਹੜਾ ਬਹੁਮਤ ਦਾ ਜਿਹੜਾ ਮਤਾ ਪਾਸ ਹੋ ਜਾਵੇ ਤਾਂ ਜਿਵੇਂ ਅੱਗੇ ਤੁਹਾਨੂੰ ਦੱਸਿਆ ਗਿਆ ਜੀ ਇਸ ਵਿੱਚ ਆਵੇ। ਜਿਸ ਤਰ੍ਹਾਂ ਸਰਵਉੱਚ ਅਦਾਲਤ ਦੇ ਜੱਜ ਨੂੰ ਸੰਸਦ ਦੇ ਵਿੱਚ 2/3 ਮੈਂਬਰਾਂ ਦੀ ਬਹੁਮਤ ਨਾਲ ਜੀ ਔਰ ਇਸੇ ਤਰ੍ਹਾਂ ਚੋਣ ਕਮਿਸ਼ਨਰ ਅਤੇ ਮੁੱਖ ਚੋਣ ਕਮਿਸ਼ਨਰ ਨੂੰ ਸੰਸਦ ਦੇ ਦੋਨੋਂ ਸਦਨ ਜੇਕਰ 2/3 ਮੈਂਬਰਾਂ ਦੀ ਬਹੁਮਤ ਨਾਲ ਜਿਹੜਾ ਮਤਾ ਪਾਸ ਕਰ ਦੇਣ ਦੁਰਵਿਵਹਾਰ ਜਾਂ ਅਸਮਰੱਥ ਹੋਣ ਦਾ ਤਾਂ ਰਾਸ਼ਟਰਪਤੀ ਦੁਆਰਾ ਉਸ ਨੂੰ ਅਹੁਦੇ ਤੋਂ ਲਾਇਆ ਜਾ ਸਕਦਾ ਜੀ। ਔਰ ਇਸ ਤੋਂ ਇਲਾਵਾ ਹੋਰ ਕਿਸੇ ਵੀ ਤਰੀਕੇ ਨਾਲ ਉਸ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾ ਸਕਦਾ ਔਰ ਉਸ ਲਈ ਉਸ ਦਾ ਕਾਰਜਕਾਲ ਸੁਰੱਖਿਅਤ ਮੰਨਿਆ ਗਿਆ ਜੀ। ਔਰ ਕਿਸੇ ਹੋਰ ਚੋਣ ਕਮਿਸ਼ਨਰ ਜਾਂ ਖੇਤਰੀ ਕਮਿਸ਼ਨਰ ਨੂੰ ਮੁੱਖ ਚੋਣ ਕਮਿਸ਼ਨਰ ਦੀ ਸਿਫਾਰਿਸ਼ ਉੱਤੇ ਅਹੁਦੇ ਤੋਂ ਹਟਾਇਆ ਜਾ ਸਕਦਾ ਜੀ। ਔਰ ਹੁਣ ਅਸੀਂ ਦੇਖਦੇ ਹਾਂ 1950 ਈਸਵੀ ਤੋਂ ਲੈ ਕੇ ਜਦੋਂ ਚੋਣ ਕਮਿਸ਼ਨਰ ਦੀ ਸ਼ੁਰੂਆਤ ਹੋਈ ਜੀ ਤਾਂ ਉਸ ਸਮੇਂ ਤੋਂ ਲੈ ਕੇ 15 ਅਕਤੂਬਰ 1999 ਤੱਕ ਚੋਣ ਕਮਿਸ਼ਨ ਵਿੱਚ ਇੱਕ ਹੀ ਮੈਂਬਰ ਜਿਹੜੀ ਸੰਸਥਾ ਵੱਲੋਂ ਕੰਮ ਕੀਤਾ ਸੀਗਾ ਜੀ ਔਰ ਉਸ ਸਮੇਂ ਇੱਕ ਹੀ ਚੋਣ ਕਮਿਸ਼ਨਰ ਹੁੰਦਾ ਸੀ। 1950 ਤੋਂ ਲੈ ਕੇ 1999 ਤੱਕ ਇੱਕ ਹੀ ਚੋਣ ਕਮਿਸ਼ਨਰ ਹੁੰਦਾ ਸੀ ਔਰ 1999 ਵਿੱਚ ਜਿਹੜਾ ਰਾਸ਼ਟਰਪਤੀ ਦੁਆਰਾ 2 ਹੋਰ ਚੋਣ ਕਮਿਸ਼ਨਰਾਂ ਦੀ ਨਿਯੁਕਤ ਕੀਤੇ ਗਏ ਜੀ। ਔਰ ਇਸ ਚੋਣ ਕਮਿਸ਼ਨ ਦੇ ਵਧੇ ਹੋਏ ਕੰਮ ਨੂੰ ਇਹ ਤਾਂ ਕੀਤਾ ਗਿਆ ਸੀ ਕਿਉਂਕਿ ਜਿਹੜਾ ਚੋਣ ਕਮਿਸ਼ਨ ਦਾ ਜਿਹੜਾ ਕੰਮ ਉਹ ਜ਼ਿਆਦਾ ਵੱਧ ਗਿਆ ਸੀ ਜੀ, ਕਿਉਂਕਿ 61ਵੇਂ ਸੰਵਿਧਾਨ ਦੇ ਸੋਧ ਐਕਟ 1968 ਵਿੱਚ ਜਿਹੜਾ ਜੋ ਕਿ 1999 ਵਿੱਚ ਲਾਗੂ ਹੋਇਆ, 1988 ਵਿੱਚ ਜਿਹੜਾ ਸੋਧ ਐਕਟ ਸੀ ਜੀ ਤਾਂ ਉਸ ਵਿੱਚ ਜਿਹੜਾ ਵੋਟ ਪਾਉਣ ਦਾ ਜਿਹੜਾ ਅਧਿਕਾਰ ਸੀਗਾ ਉਹ 21 ਸਾਲ ਤੋਂ ਘਟਾ ਕੇ 18 ਸਾਲ ਦੀ ਉਮਰ ਤੱਕ ਜਿਹੜਾ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਕੰਮ ਸੀ ਉਹ ਵੱਧ ਗਿਆ ਜੀ ਔਰ ਇਸ ਕਰਕੇ ਜਿਹੜਾ ਮੁੱਖ ਚੋਣ ਕਮਿਸ਼ਨਰ ਦੀ ਸਹਾਇਤਾ ਲਈ ਜਿਹੜੇ ਹੋਰ ਮੁੱਖ ਜਿਹੜੇ ਕਮਿਸ਼ਨਰ ਨਿਯੁਕਤ ਕੀਤੇ ਗਏ। ਔਰ ਇਸ ਤੋਂ ਇਲਾਵਾ ਜਨਵਰੀ 1990 ਦੁਆਰਾ ਚੋਣ ਕਮਿਸ਼ਨਰ ਨੂੰ ਇੱਕ ਮੈਂਬਰੀ ਸੰਸਥਾ ਫਿਰ ਬਣਾ ਦਿੱਤਾ ਗਿਆ ਜੀ ਔਰ ਸਮੇਂ-ਸਮੇਂ 'ਤੇ ਜਿਹੜਾ ਇਹਨਾਂ ਦੀ ਚੋਣ ਕਮਿਸ਼ਨਰਾਂ ਦੀ ਗਿਣਤੀ ਵਿੱਚ ਬਦਲਾਅ ਆਉਂਦਾ ਰਹਿੰਦਾ ਜੀ। ਔਰ ਜਿਵੇਂ ਕਿ 1990 ਵਿੱਚ ਫਿਰ ਇੱਕ ਜਿਹੜਾ ਚੋਣ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ ਜੀ ਔਰ ਫਿਰ 1993 ਵਿੱਚ ਰਾਸ਼ਟਰਪਤੀ ਦੁਆਰਾ ਫਿਰ 2 ਹੋਰ ਚੋਣ ਕਮਿਸ਼ਨਰਾਂ ਦੀ ਜਿਹੜੀ ਨਿਯੁਕਤੀ ਕਰ ਦਿੱਤੀ ਗਈ। ਤਾਂ ਇਸ ਤਰ੍ਹਾਂ ਜਿਹੜਾ ਚੋਣ ਕਮਿਸ਼ਨਰ ਸਮੇਂ-ਸਮੇਂ 'ਤੇ ਇਹਨਾਂ ਦੀ ਗਿਣਤੀ ਵੱਧ ਜਾਂ ਘੱਟ ਹੋ ਸਕਦੀ ਹੈਗੀ ਜੀ। ਔਰ ਹੁਣ ਤੱਕ ਚੋਣ ਕਮਿਸ਼ਨ ਵਿੱਚ ਜਿਹੜੇ 3 ਚੋਣ ਕਮਿਸ਼ਨਰ ਨੇ ਜੀ। ਔਰ ਹੁਣ ਅਸੀਂ ਗੱਲ ਕਰਦੇ ਹਾਂ ਚੋਣ ਕਮਿਸ਼ਨਰ ਦੇ ਕੰਮ ਬਾਰੇ ਜੀ। ਤਾਂ ਚੋਣ ਕਮਿਸ਼ਨਰ ਦਾ ਮੁੱਖ ਕੰਮ ਹੁੰਦਾ ਜੀ ਜਿਹੜਾ ਇਲੈਕਸ਼ਨ ਕਰਵਾਉਣਾ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਔਰ ਇਸ ਦਾ ਮੁੱਖ ਕੰਮ ਹੁੰਦਾ ਜੀ ਚੋਣਾਂ ਦਾ ਨਿਰੀਖਣ ਕਰਨਾ, ਉਹਨਾਂ ਦਾ ਨਿਰਦੇਸ਼ਨ ਕਰਨਾ ਅਤੇ ਉਹਨਾਂ ਦਾ ਕੰਟਰੋਲ ਕਰਨਾ। ਔਰ ਚੋਣ ਕਮਿਸ਼ਨਰ ਚੋਣ ਸੰਬੰਧੀ ਜਿੰਨੇ ਵੀ ਮਾਮਲੇ ਹੋਣਗੇ ਉਹਨਾਂ ਦਾ ਨਿਰੀਖਣ ਕਰਦਾ ਜੀ। ਨਿਰਦੇਸ਼ਨ ਕੰਟਰੋਲ ਦਾ ਜਿਹੜਾ ਅਧਿਕਾਰ ਉਸ ਕੋਲ ਹੈਗਾ ਜੀ। ਔਰ ਚੋਣਾਂ ਦੀਆਂ ਕੋਈ ਵੀ ਸਾਰੀਆਂ ਚੋਣਾਂ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਚੋਣ ਕਮਿਸ਼ਨਰ ਦੁਆਰਾ ਕੀਤਾ ਜਾਂਦਾ ਜੀ। ਔਰ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਚੋਣ ਕਮਿਸ਼ਨ ਦਾ ਬਹੁਤ ਜਿਹੜਾ ਇੱਕ ਵੱਡਾ ਕਰਤੱਵ ਹੈਗਾ ਜੀ ਇਸ ਕੋਲ। ਔਰ ਇਸ ਤੋਂ ਇਲਾਵਾ ਮਤਦਾਤਾ ਦੀਆਂ ਸੂਚੀਆਂ ਤਿਆਰ ਕਰਦਾ ਜੀ, ਜਿਵੇਂ ਕਿ ਸੰਸਦ ਵਿੱਚ ਰਾਜ ਵਿਧਾਨ ਸਭਾ ਦੀਆਂ ਚੋਣਾਂ ਲਈ ਮਤਦਾਤਾ ਸੂਚੀਆਂ ਤਿਆਰ ਕਰਨਾ। ਇਸ ਤੋਂ ਇਲਾਵਾ ਚੋਣ ਲਈ ਤਰੀਕਾ ਨਿਸ਼ਚਿਤ ਕਰਦਾ ਜੀ ਔਰ ਇਹ ਚੋਣ ਦੀ ਸਹੀ ਜਿਹੜੀ ਮਿਤੀ ਨਿਸ਼ਚਿਤ ਇਸ ਦੁਆਰਾ ਕੀਤੀ ਜਾਂਦੀ ਹੈ ਜੀ। ਔਰ ਚੋਣ ਆਯੋਗ ਵੱਖ ਖੇਤਰਾਂ ਵਿੱਚ ਚੋਣ ਕਰਾਉਣ ਲਈ ਮਿਤੀ ਨਿਸ਼ਚਿਤ ਕਰਦਾ ਔਰ ਚੋਣ ਆਯੋਗ ਨਾਮਜ਼ਦਗੀ ਪੱਤਰ ਦੇ ਦਾਖਲੇ ਦੀ ਆਖਰੀ ਮਿਤੀ ਨਿਸ਼ਚਿਤ ਕਰਦਾ ਜੀ। ਔਰ ਉਸ ਮਿਤੀ ਤੱਕ ਜਿਹੜੇ ਉਮੀਦਵਾਰਾਂ ਨੂੰ ਆਪਣਾ ਨਾਂ ਜਿਹੜਾ ਦਾਖਲ ਕਰਾਉਣਾ ਪੈਂਦਾ ਜੀ। ਔਰ ਇਸ ਤੋਂ ਇਲਾਵਾ ਚੋਣ ਕਮਿਸ਼ਨਰ ਉਮੀਦਵਾਰਾਂ ਦੇ ਨਾਮ ਵਾਪਸ ਵੀ ਲੈ
ਵਾਪਸ ਲੈਣ ਦੀ ਜਿਹੜੀ ਮਿਤੀ ਵੀ ਨਿਸ਼ਚਿਤ ਕਰਦਾ ਜੀ। ਔਰ ਕਈ ਵਾਰ ਉਮੀਦਵਾਰ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਉਸ ਸਮੇਂ ਕਿਸੇ ਹੋਰ ਉਮੀਦਵਾਰ ਨੂੰ ਜਿਹੜਾ ਨਿਯੁਕਤ ਕੀਤਾ ਜਾਂਦਾ ਜੀ, ਤਾਂ ਉਸ ਦੀ ਜਿਹੜੀ ਮਿਤੀ ਵੀ ਨਿਸ਼ਚਿਤ ਕੀਤੀ ਜਾਂਦੀ ਹੈਗੀ ਆ। ਔਰ ਚੋਣ ਕਮਿਸ਼ਨਰ ਜਿਹੜਾ ਨਮਾਜ਼ਦਗੀ ਪੱਤਰ ਦੀ ਜਾਂਚ ਕਰਨ ਲਈ ਤਾਰੀਖ ਦਾ ਐਲਾਨ ਵੀ ਕਰਦਾ ਜੀ। ਔਰ ਇਸ ਤੋਂ ਇਲਾਵਾ ਰਾਜ ਵਿਧਾਨ ਮੰਡਲ ਦੀਆਂ ਚੋਣਾਂ ਕਰਾਉਣ ਲਈ ਇਹ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਦੁਆਰਾ ਹੁੰਦਾ ਜੀ, ਰਾਜ ਵਿਧਾਨ ਮੰਡਲ ਦੀਆਂ ਚੋਣਾਂ ਕਰਾਉਣੀਆਂ। ਔਰ ਇਸ ਤੋਂ ਅੱਗੇ ਸੰਸਦ ਦੀਆਂ ਚੋਣਾਂ ਕਰਾਉਣੀਆਂ, ਜਿਸ ਵਿੱਚ ਲੋਕ ਸਭਾ ਔਰ ਰਾਜ ਸਭਾ ਦੇ ਦੋਵਾਂ ਸਦਨਾਂ ਦਾ ਜਿਹੜਾ ਚੋਣਾਂ ਮੈਂਬਰਾਂ ਦੀ ਚੋਣਾਂ ਕਰਾਉਣੀਆਂ, ਉਹ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਮੁੱਖ ਕਰਤੱਵ ਹੈਗਾ ਜੀ। ਔਰ ਹੁਣ ਤੱਕ 17 ਵਾਰ ਜਿਹੜਾ ਚੋਣਾਂ ਹੋ ਚੁੱਕੀਆਂ ਨੇ ਜੀ। ਔਰ ਇਸ ਤੋਂ ਇਲਾਵਾ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਕਰਾਉਣੀ, ਇਹ ਵੀ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਮੁੱਖ ਕਰਤੱਵ ਹੈਗਾ ਜੀ। ਔਰ ਚੋਣ ਕਮਿਸ਼ਨ ਸਮੇਂ-ਸਮੇਂ 'ਤੇ ਰਾਸ਼ਟਰਪਤੀ ਔਰ ਉਪ ਰਾਸ਼ਟਰਪਤੀ ਦੀ ਚੋਣ ਕਰਵਾਉਣ ਲਈ ਮਤਦਾਤਾਂ ਦੀ ਸੂਚੀ ਤਿਆਰ ਕਰਵਾਉਂਦਾ ਜੀ। ਔਰ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਦਾ। ਔਰ ਨਾਮਜ਼ਦਗੀ ਪੱਤਰ ਭਰਨ ਅਤੇ ਨਾਮਜ਼ਦਗੀ ਪੱਤਰ ਦੀ ਜਾਂਚ ਅਤੇ ਨਾਮ ਵਾਪਸ ਲੈਣ ਲਈ ਮਿਤੀ ਨਿਸ਼ਚਿਤ ਕਰਦਾ ਜੀ। ਔਰ ਇਸ ਤੋਂ ਇਲਾਵਾ ਰਾਜਨੀਤਿਕ ਦਲਾਂ ਨੂੰ ਮਾਨਤਾ ਦਿੰਦਾ ਜੀ ਇਲੈਕਸ਼ਨ ਕਮਿਸ਼ਨ। ਜਿਵੇਂ ਕਿ 2010 ਤੱਕ 6 ਦਲਾਂ ਨੂੰ, ਰਾਸ਼ਟਰੀ ਦਲਾਂ ਨੂੰ ਰਾਜਨੀਤਿਕ ਜਿਹੜੀ ਮਾਨਤਾ ਪ੍ਰਾਪਤ ਸੀ। ਔਰ ਹੁਣ ਤਾਂ ਜਿਹੜੇ ਇਹਨਾਂ ਦੀ ਗਿਣਤੀ ਵੱਧ ਗਈ ਹੋਵੇਗੀ, ਜਿਵੇਂ ਕਿ ਆਮ ਆਦਮੀ ਪਾਰਟੀ ਆ ਗਈ ਜੀ। ਔਰ ਹੋਰ ਵੀ ਕਈ ਪਾਰਟੀਆਂ ਜਿਹੜੀਆਂ ਸ਼ਾਮਲ ਹੋ ਗਈਆਂ ਜੀ ਇਸ ਸੂਚੀ ਵਿੱਚ। ਔਰ ਇਸ ਤੋਂ ਇਲਾਵਾ ਚੋਣ ਨਿਸ਼ਾਨ ਦੇਣਾ ਜੀ, ਕਿਸੇ ਵੀ ਪਾਰਟੀ ਨੂੰ ਚੋਣ ਨਿਸ਼ਾਨ ਦੇਣ ਦਾ ਕੰਮ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਹੁੰਦਾ ਜੀ। ਔਰ ਇਸ ਤੋਂ ਇਲਾਵਾ ਚੋਣ ਕਰਮਚਾਰੀਆਂ 'ਤੇ ਕੰਟਰੋਲ, ਜਿੰਨੇ ਵੀ ਕਰਮਚਾਰੀ ਜਿਹੜੇ ਕੇਂਦਰ ਔਰ ਰਾਜ ਸਰਕਾਰਾਂ ਦੁਆਰਾ ਚੋਣ ਦੇ ਕੰਮ 'ਤੇ ਲਾਏ ਜਾਂਦੇ ਨੇ, ਔਰ ਉਹਨਾਂ ਦੇ ਸਾਰੇ ਕਰਮਚਾਰੀਆਂ ਉੱਪਰ ਚੋਣ ਕਮਿਸ਼ਨ ਦਾ ਕੰਟਰੋਲ ਹੁੰਦਾ ਜੀ। ਔਰ ਇਹ ਕਰਮਚਾਰੀ ਚੋਣ ਕਮਿਸ਼ਨ ਦੇ ਹੁਕਮਾਂ ਦੀ ਜਿਹੜੀ ਪਾਲਣਾ ਕਰਦੇ ਨੇ। ਔਰ ਇਸ ਤੋਂ ਇਲਾਵਾ ਚੋਣ ਸੰਬੰਧੀ ਵਿਵਹਾਰ ਸੰਹਿਤਾ ਨਿਰਧਾਰਤ ਕਰਨਾ, ਯਾਨੀ ਕਿ ਚੋਣਾਂ ਦੇ ਸੰਬੰਧੀ ਨਿਯਮ ਬਣਾਉਂਦਾ ਜੀ। ਜੇਕਰ ਉਹਨਾਂ ਜਿਹੜੇ ਚੋਣਾਂ ਦੀ ਕੋਈ ਵੀ ਜਿਹੜਾ ਉਲੰਘਣਾ ਕਰਦਾ ਜੀ, ਤਾਂ ਉਸ ਉੱਪਰ ਜਿਹੜੀ ਉਲੰਘਣ ਦਾ ਦੋਸ਼ ਦੀ ਜਾਂਚ ਦੀ ਜਿਹੜੀ ਚੋਣ ਕਮਿਸ਼ਨ ਕਰਦਾ ਜੀ। ਯਾਨੀ ਕਿ ਜੇਕਰ ਕੋਈ ਵੀ ਜਿਹੜੀ ਉਲੰਘਣਾ ਕਰਦਾ ਜੀ ਕਿਸੇ ਵੀ ਵਿਵਹਾਰ ਸੰਹਿਤਾ ਦੀ, ਤਾਂ ਉਸ ਉੱਪਰ ਜਿਹੜੀ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਜੀ ਇਲੈਕਸ਼ਨ ਕਮਿਸ਼ਨ ਦੁਆਰਾ। ਇਸ ਤੋਂ ਇਲਾਵਾ ਮਤਦਾਨ ਕੇਂਦਰ ਕਾਇਮ ਕਰਦਾ ਜੀ। ਇਹ ਦੇਖਦਾ ਕਿ ਕਿਸ ਏਰੀਏ ਵਿੱਚ ਮਤਦਾਨ ਜਿਹੜਾ ਸਥਾਪਿਤ ਕੀਤਾ ਜਾਵੇ, ਜਿੱਥੇ ਲੋਕ ਵੋਟ ਪਾਉਣ ਲਈ ਜਿਹੜੇ ਜਾਣਗੇ ਜੀ, ਤਾਂ ਕਿ ਨਾਗਰਿਕਾਂ ਨੂੰ ਮਤਦਾਨ ਕਰਨ ਲਈ ਦੂਰ ਕਿਤੇ ਨਾ ਜਾਣਾ ਪਵੇ। ਔਰ ਇਸ ਤੋਂ ਇਲਾਵਾ 12 ਮੈਂਬਰਾਂ ਦੀ ਅਯੋਗਤਾਵਾਂ, 12ਵਾਂ ਹੈਗਾ ਜੀ ਮੈਂਬਰਾਂ ਦੀਆਂ ਅਯੋਗਤਾਵਾਂ ਸੰਬੰਧੀ ਵਿਵਾਦਾਂ ਬਾਰੇ ਸਲਾਹ ਦੇਣੀ। ਜਿਵੇਂ ਕਿ ਕਈ ਵਾਰ ਜਿਹੜਾ ਮੈਂਬਰਾਂ ਦੀਆਂ ਅਯੋਗਤਾਵਾਂ ਸੰਬੰਧੀ ਜਿਹੜੇ ਕੋਈ ਵੀ ਵਿਵਾਦ ਖੜ੍ਹਾ ਹੋ ਜਾਂਦਾ ਜੀ ਮੈਂਬਰਾਂ ਦੀਆਂ ਯੋਗਤਾਵਾਂ ਸੰਬੰਧੀ, ਤਾਂ ਉਸ ਵਿਵਾਦ ਨੂੰ ਹੱਲ ਕਰਨ ਦਾ ਜਿਹੜਾ ਕੰਮ ਵੀ ਜਿਹੜਾ ਚੋਣ ਕਮਿਸ਼ਨ ਜਿਹੜਾ ਕਰਦਾ ਜੀ। ਔਰ ਚੋਣ ਕਮਿਸ਼ਨ ਰਾਸ਼ਟਰਪਤੀ ਦੀ ਸਲਾਹ ਨਾਲ ਅਜਿਹਾ ਕਰਦਾ ਜੀ। ਔਰ ਇਸ ਤੋਂ ਇਲਾਵਾ ਇਹ PDF ਅੱਗੇ ਪਿੱਛੇ ਹੋ ਗਿਆ ਸੀਗਾ ਜੀ। ਅਤੇ ਅੱਗੇ ਸਾਡਾ ਚੋਣਾਂ ਵਿੱਚ ਖੇਤਰ ਦਾ ਪੁਨਰ ਮਤਦਾਨ ਕਰਨਾ ਜੀ। ਔਰ ਜੇਕਰ ਚੋਣਾਂ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਜੀ, ਜਿਵੇਂ ਕੋਈ ਲੜਾਈ ਸਮੇਂ ਜਾਂ ਕਿਸੇ ਵੀ ਕਾਰਨ ਚੋਣਾਂ ਜੇਕਰ ਪੂਰੀਆਂ ਨਹੀਂ ਹੋ ਪਾਉਂਦੀਆਂ, ਤਾਂ ਇਹ ਦੁਬਾਰਾ ਚੋਣਾਂ ਕਰਾਉਣ ਲਈ ਹੁਕਮ ਜਾਰੀ ਕਰ ਸਕਦਾ ਜੀ। ਜਿਵੇਂ ਕਿ ਪਟਨਾ ਵਿੱਚ 1998 ਵਿੱਚ ਜਿਹੜਾ ਲੋਕ ਸਭਾ ਖੇਤਰਾਂ ਵਿੱਚ ਚੋਣ ਰੱਦ ਕਰ ਦਿੱਤੀ ਗਈ ਔਰ ਪੁਨਰ ਮਤਦਾਨ ਲਈ ਜਿਹੜਾ ਆਦੇਸ਼ ਦਿੱਤਾ ਗਿਆ ਜੀ। ਔਰ ਇਸ ਤੋਂ ਇਲਾਵਾ ਨਿਰੀਖਕ ਦੀ ਨਿਯੁਕਤੀ, ਔਰ ਚੋਣ ਕਮਿਸ਼ਨ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਜਿਹੜੀਆਂ ਨਿਰੀਖਕਾਂ ਦੀ ਨਿਯੁਕਤੀ ਕਰਦਾ ਜੀ। ਔਰ ਜਿਵੇਂ ਕਿ ਜ਼ਿਲ੍ਹਾ ਪੱਧਰ 'ਤੇ ਜਾਂ ਰਾਜ ਪੱਧਰ 'ਤੇ ਜੇ ਇਹ ਨਿਰੀਖਕਾਂ ਦੀ ਨਿਯੁਕਤੀ ਕਰਦਾ ਜੀ, ਤਾਂ ਕਿ ਚੋਣਾਂ ਜਿਹੜਾ ਨਿਰਪੱਖ ਅਤੇ ਸਹੀ ਢੰਗ ਨਾਲ ਕਰਾਈਆਂ ਜਾ ਸਕਣ। ਔਰ ਇਸ ਤੋਂ ਇਲਾਵਾ ਚੋਣ ਸੁਧਾਰਾਂ ਦੀ ਸੁਝਾਅ ਦਿੰਦਾ ਜੀ ਕਿ ਸਮੇਂ 'ਤੇ ਜਿਹੜੇ ਚੋਣ ਨੂੰ ਜਿਹੜਾ ਵਧੀਆ ਚੋਣਾਂ ਵਿੱਚ ਸੁਧਾਰ ਕਰਨ ਲਈ ਸਿਫਾਰਿਸ਼ਾਂ ਕਰਦਾ ਹੈਗਾ ਜੀ ਰਾਸ਼ਟਰਪਤੀ ਕੋਲ। ਔਰ ਇਸ ਤਰ੍ਹਾਂ ਜਿਹੜਾ ਚੋਣ ਕਮਿਸ਼ਨ ਦਾ ਜਿਹੜਾ ਬਹੁਤ ਜਿਹੜਾ ਮਹੱਤਵ ਹੈਗਾ ਜੀ। ਔਰ ਅੱਜ ਦੇ ਸਮੇਂ ਵਿੱਚ ਜਿਵੇਂ ਇੰਡੀਆ ਦੇ ਵਿੱਚ ਇੰਨੀ 1.5 ਅਰਬ ਦੇ ਕਰੀਬ ਜਿਹੜੀ ਜਨਸੰਖਿਆ ਜੀ, ਔਰ ਇੱਕ ਚੋਣ ਕਰਾਉਣਾ ਵੀ ਇੱਕ ਬਹੁਤ ਜਿਹੜਾ ਇੰਡੀਆ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਹੈ ਜੀ। ਔਰ ਚੋਣ ਕਮਿਸ਼ਨ ਨੇ ਆਪਣਾ ਕੰਮ ਜਿਹੜਾ ਪੂਰੀ ਤਨਦੇਹੀ ਨਾਲ ਨਿਭਾਇਆ ਹੈਗਾ। ਔਰ ਅੱਜ ਤੱਕ 17 ਜਿਹੜੀਆਂ ਚੋਣਾਂ ਹੋ ਚੁੱਕੀਆਂ ਹੈਗੀਆਂ ਜੀ, ਤਾਂ ਉਸ ਵਿੱਚ ਜਿਹੜਾ ਚੋਣ ਕਮਿਸ਼ਨ ਇੱਕ ਵਧਾਈ ਦਾ ਪਾਤਰ ਹੈਗਾ ਜੀ। ਔਰ ਚੋਣ ਕਮਿਸ਼ਨ ਦੀ ਦੇਖ ਰੇਖ ਵਿੱਚ ਹੁਣ ਨਿਰਪੱਖ ਅਤੇ ਸੁਤੰਤਰ ਚੋਣਾਂ ਹੁੰਦੀਆਂ ਆਈਆਂ ਨੇ। ਠੀਕ ਹੈ ਜੀ, ਤਾਂ ਅੱਜ ਦਾ ਸਾਡਾ ਲੈਕਚਰ ਖਤਮ ਹੁੰਦਾ ਜੀ। ਔਰ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਜਿਹੜੀ ਇਹ ਛੋਟੀ ਜਿਹੀ ਕੋਸ਼ਿਸ਼ ਪਸੰਦ ਆ ਰਹੀ ਹੋਵੇਗੀ।
ਤਾਂ ਮਿਲਦੇ ਹਾਂ ਅਗਲੇ ਲੈਕਚਰ ਵਿੱਚ। ਤਾਂ ਤਦ ਤੱਕ ਲਈ ਧੰਨਵਾਦ।